हाँ जी कंसनट्रेट हो जाओ, दोबारा समझो। देखो मेरे को इलैक्ट्रिक फील्ड इधर वालों जा रहा, ओके। इलैक्ट्रिक फील्ड पॉजिटिव टू नैगेटिव हुंदा, कोई शक वाली गल नहीं। एक प्लस क्यू चार्ज मैं ਇਹਦੇ ਵਿੱਚ ਰੱਖਤਾ ਇਲੈਕਟ੍ਰਿਕ ਫੀਲਡ ਦੇ ਵਿੱਚ, ਤੇ ਜਿਹੜਾ ਪਲਸ ਕਿਊ ਚਾਰਜ ਆ ਉਹਦੇ ਤੇ ਜਿਹੜਾ ਫੋਰਸ ਲੱਗਣਾ, ਜੇ ਮੈਂ ਉਹ ਪਤਾ ਕਰਨਾ ਹੋਵੇ ਤਾਂ ਮੇਰੇ ਕੋਲ ਦੋ ਚੀਜ਼ਾਂ, ਇੱਕ ਤਾਂ ਫੋਰਸ ਦੀ ਵੈਲਿਊ, ਇੱਕ ਫੋਰਸ ਦੀ ਡਾਇਰੈਕਸ਼ਨ, ਦੋ ਚੀਜ਼ਾਂ ਚਾਹੀਦੀਆਂ। ਤਾਂ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਬੋਲਦੀ ਹੈ ਕਿ ਫੋਰਸ ਅਪੋਨ ਟੈਸਟ ਚਾਰਜ ਇਲੈਕਟ੍ਰਿਕ ਫੀਲਡ ਹੁੰਦਾ। ਤੇ ਇੱਥੋਂ ਜੇ ਮੈਂ ਫੋਰਸ ਪਤਾ ਕਰਾਂ ਤਾਂ Q into E ਫੋਰਸ ਹੋ ਗਿਆ। ਇਲੈਕਟ੍ਰਿਕ ਫੀਲਡ ਦੇ ਵਿੱਚ ਚਾਰਜ ਤੇ ਫੋਰਸ ਲੱਗਦਾ Q into E, ਲੱਗ ਗਿਆ। ਚਲੋ Q into E ਫੋਰਸ ਲੱਗਿਆ ਕਿਉਂਕਿ ਪਲਸ ਤੋਂ ਮਾਈਨਸ ਵੱਲ ਨੂੰ ਔਰ ਪੋਜ਼ਿਟਿਵ ਚਾਰਜ ਨੈਗੇਟਿਵ ਵੱਲ ਨੂੰ ਅਟਰੈਕਟ ਹੁੰਦਾ, ਇਟ ਮੀਨਸ ਉਧਰ ਵੱਲ ਨੂੰ ਫੋਰਸ ਲੱਗੂ। ਤਾਂ ਯਾਦ ਰੱਖਿਓ ਪਲਸ Q ਚਾਰਜ ਤੇ ਫੋਰਸ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਲੱਗਦਾ, ਔਰ ਨੈਗੇਟਿਵ ਚਾਰਜ ਤੇ ਇਹੀ ਫੋਰਸ, ਨੈਗੇਟਿਵ ਚਾਰਜ ਤੇ ਇਹੀ ਫੋਰਸ ਇਲੈਕਟ੍ਰਿਕ ਫੀਲਡ ਦੀ ਅਪੋਜ਼ਿਟ ਡਾਇਰੈਕਸ਼ਨ ਚ ਲੱਗਦਾ, ਪੁੱਠੇ ਪਾਸੇ। ਕਿਉਂ ਲੱਗਦਾ? ਕਿਉਂਕਿ ਪੋਜ਼ਿਟਿਵ ਮਾਈਨਸ Q ਨੂੰ ਖਿੱਚੂਗਾ, ਔਰ ਫੋਰਸ ਦੇ ਮੈਗਨੀਟਿਊਡ ਕਿੰਨਾ ਹੋਊਗਾ? ਉਹੀ Q into E। ਫੋਰਸ ਉਹਨਾਂ ਹੀ ਲੱਗੂਗਾ Q into E, ਪਰ ਡਾਇਰੈਕਸ਼ਨ ਪੁੱਠੀ ਹੋ ਜੂਗੀ। ਕਿਸੇ ਬੱਚੇ ਨੂੰ ਇਹਦੇ ਸ਼ੱਕ ਹੋਵੇ, ਇਹ ਸਾਈਡ ਤੇ ਨੋਟ ਕਰਨਾ। ਟੌਪਿਕ ਕੀ ਹੈ ਸਾਡਾ? ਟੌਪਿਕ ਹੈਗਾ ਟਾਰਕ ਔਨ ਐਨ ਇਲੈਕਟ੍ਰਿਕ ਡਾਈਪੋਲ ਇਨ ਯੂਨੀਫਾਰਮ ਇਲੈਕਟ੍ਰਿਕ ਫੀਲਡ। ਇੱਕ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਇੱਕ ਡਾਈਪੋਲ ਤੇ ਟਾਰਕ ਕਿੰਨਾ ਲੱਗਦਾ। ਟਾਰਕ ਆਪਾਂ +1 ਚ ਪੜਿਆ ਹੋਇਆ, ਦੁਬਾਰਾ ਸਮਝਾ ਦੂੰਗਾ ਤੁਹਾਨੂੰ। ਤਾਂ ਮੈਂ ਕੀ ਕੀਤਾ, ਮੈਂ ਇੱਕ ਯੂਨੀਫਾਰਮ ਇਲੈਕਟ੍ਰਿਕ ਫੀਲਡ ਡਰਾ ਕਰ ਲਿਆ ਬੇਟਾ, ਯੂਨੀਫਾਰਮ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕਰ ਲਈਆਂ। ਉਹਦੇ ਵਿੱਚ ਮੈਂ ਇੱਕ ਟੇਢਾ ਜਿਹਾ ਡਾਈਪੋਲ ਰੱਖਤਾ ਜਿਹਦੇ ਨੀਚੇ ਵਾਲੇ ਪਾਸੇ -Q ਚਾਰਜ ਔਰ ਉੱਪਰ ਵਾਲੇ ਪਾਸੇ ਮੈਂ +Q ਚਾਰਜ ਜਿਹੜਾ ਹੈਗਾ ਉਹ ਲਿਖਤਾ। ਇਹਦੇ ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਆਜੋ, ਫੋਰਸ ਯਾਦ ਹੋ ਗਿਆ ਤੁਹਾਡੇ, Q ਹੀ ਲੱਗਦਾ, ਰੱਬ ਤੇ ਲਿਖ ਲਿਆ ਹੋਊਗਾ ਕਿਤੇ। ਦੇਖਿਓ ਧਿਆਨ ਦੇ ਨਾਲ, ਮੈਂ ਮੰਨਿਆ ਵੀ ਦਿਸ ਐਂਗਲ ਇਜ਼ ਥੀਟਾ। ਕਿੰਨਾ ਐਂਗਲ ਹੈ? ਥੀਟਾ, ਓਕੇ। ਮੈਨੂੰ ਇਹ ਦੱਸੋ ਵੀ +Q ਚਾਰਜ, ਆਹ ਵਾਲਾ +Q ਚਾਰਜ ਤੇ ਫੋਰਸ ਕਿੱਧਰ ਨੂੰ ਲੱਗੂਗਾ? ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਜਾਂ ਆਪੋਜ਼ਿਟ ਚ? ਬੋਲਿਓ। ਜਸਟ ਕਰਵਾਇਆ ਹੁਣੇ, ਕੰਸੈਪਟ ਤੋਂ ਰਿਜ਼ਲਟ ਫਾਈਂਡ ਕਰਨਾ ਸਿੱਖੋ। ਇੱਧਰ ਕਿਤੇ ਪੋਜ਼ਿਟਿਵ, ਇੱਧਰ ਕਿਤੇ ਨੈਗੇਟਿਵ, ਤਾਂ ਮਾਈਨਸ ਇਹਨੂੰ ਅਟਰੈਕਟ ਕਰੂ ਕਿ ਨਹੀਂ ਕਰੂ? ਉਹ ਹਾਂ ਵੀ ਬੋਲ ਦੋ ਕੋਈ। ਫੋਰਸ ਕਿੰਨਾ ਆ ਗਿਆ? ਫੋਰਸ ਆ ਗਿਆ Q into E ਵੈਕਟਰ। ਵੈਕਟਰ ਨਹੀਂ ਲਗਾਇਆ ਮੈਂ, ਠੀਕ ਹੈ। FE ਆ ਗਿਆ, ਸੌਰੀ F is equal to QE ਆ ਗਿਆ। ਮਾਈਨਸ Q ਪੋਜ਼ਿਟਿਵ ਵੱਲ ਨੂੰ ਅਟਰੈਕਟ ਕਰੂਗਾ। ਇਹ ਤੇ ਫੋਰਸ ਆ ਗਿਆ F is equal to, ਇਹਨੂੰ F1 ਲਿਖ ਦੋ, ਇਹਨੂੰ F1 ਲਿਖ ਦੋ, ਇਹਨੂੰ F2 ਲਿਖ ਦੋ। ਇਹ ਵੀ Q into E ਆ ਗਿਆ। ਦੋਨੋਂ ਇਕੁਅਲ ਇਨ ਮੈਗਨੀਟਿਊਡ ਆ, ਆਪੋਜ਼ਿਟ ਇਨ ਡਾਇਰੈਕਸ਼ਨ। ਇੱਕ ਹੀ ਬੋਡੀ ਤੇ ਕੰਮ ਕਰ ਰਹੇ ਆ ਤੇ ਇਹਨੂੰ ਘੁਮਾ ਦੇਣਗੇ ਬੋਡੀ ਨੂੰ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਤਾਂ ਆਪਾਂ ਕੀ ਲਿਖਾਂਗੇ? The force on the charge -Q। -Q ਚਾਰਜ ਤੇ ਫੋਰਸ ਕਿੰਨਾ ਲੱਗਿਆ? F1 is equal to Q into E। मैं वैक्टर नहीं लिखे, मैं सिंपली लिखे मैग्नीट्यूड लिखे, मैं वैक्टर फॉर्म नहीं लिखे दी, पर मैं डायरेक्शन लिखूंगा जरूर। किधर वाल नूं? अलोंग E वैक्टर। E वैक्टर दे अलोंग लग्या, क्यों लग्या? क्योंकि इधर वाले पासे माइनस का साइन आ, किते ना किते नैगेटिव चार्ज है, और इलैक्ट्रिक फील्ड लाइना प्लस तो माइनस वाल नूं जा रही हैं। आ माइनस ने इन्हूं अट्रैक्ट किया, फोर्स इनू लग गया। सिमिलरली एंड ऑन द चार्ज +Q, ऑन द चार्ज +Q चार्ज ते फोर्स कितना लग्या बेटा? ये लग्या F2 इज इक्वल टू ये आ गया, ये भी Q into E। चार्ज दा सिर्फ देखो, चार्ज पॉजिटिव होवे नेगेटिव होवे, मैं तुहानूं पहले ही दस्सिया होया, वो सिर्फ नेगेटिव जिहड़ी डायरेक्शन नूं शो करदा हैगा माइनस साइन। ये ना तुसीं समझ लियो भी आ माइनस आ तां करके इत्थे माइनस लगना सी ना। इलैक्ट्रोस्टैटिक फोर्स दे विच चार्ज हमेशा पॉजिटिव यूज हुंदा, ओहदा मैग्नीट्यूड यूज हुंदा, ध्यान रखियो। इक्वेशन नंबर 2, और ये हैगा अपोजिट टू E वैक्टर। अपोजिट टू E वैक्टर इलैक्ट्रिक फील्ड तो पुठे पासे नूं, अपोजिट टू E वैक्टर इलैक्ट्रिक फील्ड तो अपोजिट डायरेक्शन। एक F1 आ गया, एक F2 आ गया। बोथ फोर्सेस आर इक्वल इन मैग्नीट्यूड, अपोजिट इन डायरेक्शन। ठीक है, कैंसिल करनगे कि नहीं करनगे? बोलो जल्दी बोलो। कैंसिल कर देंगे दोनों एक दूजे नूं? कैंसल हमेशा उदों करते जो एक ही पॉइंट ते लगे होण। ये तो एक बॉडी के अलग अलग पॉइंटा ते लगे आ। एग्जाम्पल के तौर पर आ मेरे को एक बॉडी आ,
ठीक है। एक फोर्स तो मैं इधरों ए नूं लगाता, ओके, ये वाला फोर्स आ वाला, ये तो बॉडी नूं ए नूं धक्का मार रहा, ये तो ए नूं धक्का मार रहा, आ वाला फोर्स ए नूं धक्का मार रहा, तो कुल मिला के दोनों फोर्स रल के इस बॉडी नूं रोटेट ही कराउणगे, रोटेट करवाओगे टॉर्क प्रोड्यूस हो जाऊगा। टॉर्क की वैल्यू असीं फाइंड करनी है, इन्ना काम आ बेटा। ओके आ जाओ लिखिए, लिख दो द फोर्स इज F1 vector and F2 vector are equal in magnitude and opposite in direction, opposite in direction, क्योंकि forces दी direction opposite है, magnitude equal है, so both cancels ना लिख दो किते, ठीक है ना। so both produces and acting at different points and acting at different points of the dipole, dipole ਦੇ अलग-अलग point ਤੇ act ਕਰ ਰਹੇ ਆ, so they produces a torque, ठीक है। ਇਹ torque produce ਕਰਦੇ which tries to rotate, which rotates the dipole, ਜਿਹੜਾ ਕਿ ਡਾਈਪੋਲ ਨੂੰ ਘੁਮਾਉਂਦਾ। ਲਓ ਜੀ ਇੱਕ ਟਾਰਕ ਪੈਦਾ ਹੋ ਗਿਆ ਇਸ ਤਰੀਕੇ ਦੇ ਨਾਲ, ਇਧਰ ਵੱਲ ਨੂੰ ਟੌ, ਇਧਰੋਂ ਇਸ ਤਰੀਕੇ ਦੇ ਨਾਲ ਇੱਕ ਟਾਰਕ ਟੌ ਪੈਦਾ ਹੋ ਗਿਆ ਜਿਹੜਾ ਇਹਨੂੰ ਇਦਾਂ ਘੁਮਾਊਗਾ। ਹੁਣ ਸਾਨੂੰ ਪਿਛਲੇ ਸਾਲ ਦੇ ਵਿੱਚ ਜਾਣਾ ਪਊਗਾ। ਪਿਛਲੇ ਸਾਲ ਦੇ ਵਿੱਚ ਅਸੀਂ ਟਾਰਕ ਡਾਈਪੋਲ ਤੇ ਫਾਈਂਡ ਕੀਤਾ ਹੋਇਆ ਕਪਲ ਫੋਰਸਿਸ, ਇਹ ਕਪਲ ਫੋਰਸਿਸ ਆ ਦੋਨੋਂ, F1 and F2 are equal in magnitude, opposite in direction। ਇੰਨੀ ਕਹਾਣੀ ਪਾਉਣ ਦੀ ਬਜਾਏ ਜੇ ਸ਼ਾਰਟ ਚ ਲਿਖਣਾ ਚਾਹੋ ਤਾਂ ਲਿਖ ਦੋ these are couple forces, ਵੀ ਸਹੀ ਹੈ, ठीक है। since F1 and F2 are couple forces, तो therefore they produces a torque, और torque की वैल्यू कितनी कपल दी, so torque is equal to either force, कोई भी इन्हां चों एक फोर्स लिख लो कि दोनों इक्वल है, भावें आ लिख लो भावें ये लिख लो, दोनों ही बराबर है, इनटू परपेंडिकुलर डिस्टेंस बिटवीन टू फोर्सेस, परपेंडिकुलर डिस्टेंस बिटवीन टू फोर्सेस, दोनों फोर्सेस दे विचकार दी परपेंडिकुलर डिस्टेंस। ਇਹ बेटा मेरे ਕੋਲੇ ਫਾਰਮੂਲਾ ਬਣ ਗਿਆ ਟਾਰਕ ਦਾ ਜਿਹੜਾ ਕਿ ਮੈਂ +1 ਦੇ ਵਿੱਚ ਤੁਹਾਨੂੰ ਕਰਵਾ ਚੁੱਕਿਆ। ਓਕੇ ਤਾਂ ਬੇਟਾ ਟਾਰਕ ਦੀ ਵੈਲਿਊ ਮੇਰੇ ਕੋਲੇ ਟੌ ਕਿੰਨੀ ਆਈ, ਆਈਦਰ ਫੋਰਸ, ਕੋਈ ਵੀ ਇੱਕ ਫੋਰਸ ਮੇਰੇ ਕੋਲੇ QE, ਆ ਫੋਰਸ ਵੀ QE, ਤੇ ਕੋਈ ਮਰਜ਼ੀ ਲਿਖ ਦੋ QE ਇਨਟੂ ਪਰਪੈਂਡੀਕੁਲਰ ਡਿਸਟੈਂਸ, ਦੋਨੋਂ ਫੋਰਸਸ ਦੇ ਵਿਚਕਾਰ ਦੀ ਪਰਪੈਂਡੀਕੁਲਰ ਡਿਸਟੈਂਸ ਦੇ ਵਾਸਤੇ ਮੈਂ ਇਸ ਫੋਰਸ ਨੂੰ ਪਿੱਛੇ ਵੱਲ ਨੂੰ ਵਧਾਇਆ ਡਾਟਡ ਲਾਈਨ ਨਾਲ। ਤਾਂ ਦੇਖਿਓ ਧਿਆਨ ਦੇ ਨਾਲ, ਆ ਹੋ ਗਈ ਇੱਕ ਡਾਇਰੈਕਸ਼ਨ, ਆਉਗੀ ਦੂਜੀ ਡਾਇਰੈਕਸ਼ਨ, ਤੇ ਆ ਵਿਚਾਲੇ ਦੀ ਪਰਪੈਂਡੀਕੁਲਰ ਡਿਸਟੈਂਸ, ਐਂਡ ਵੀ ਹੈਵ ਟੂ ਫਾਈਂਡ ਇਟ, ਸਾਨੂੰ ਇਹ ਫਾਈਂਡ ਕਰਨੀ ਪੈਣੀ ਹੈ। ਆ ਪਰਪੈਂਡੀਕੁਲਰ ਡਿਸਟੈਂਸ ਇਹ ਕਿੰਨੀ ਆ ਮੈਨੂੰ ਇਹਦਾ ਪਤਾ ਨਹੀਂ, ਇਹ ਮੈਂ ਇੱਥੇ ਲਿਖਣੀ ਆ, ਤੇ ਚੈੱਕ ਕਰਿਓ ਮਾੜੀ ਜੀ ਕਿੰਨੀ ਹੈ ਇਹ ਡਿਸਟੈਂਸ। ਉਹਦੇ ਵਾਸਤੇ ਮੈਂ ਕੀ ਕੀਤਾ ਧਿਆਨ ਨਾਲ ਦੇਖਿਓ, ਉਹਦੇ ਵਾਸਤੇ ਜੇ ਆ ਐਂਗਲ ਥੀਟਾ ਤੇ ਆ ਵੀ ਐਂਗਲ ਥੀਟਾ ਬਣਾਇਓ, if this angle is theta then this is also theta। ਕਹਾਣੀ ਜਿੱਦਾਂ ਚੱਲਦੀ ਉਹਨੂੰ ਉਦਾਂ ਹੀ ਚਲਾਇਆ ਕਰੋ, ਇਕੱਠਾ ਡਾਇਗਰਾਮ ਰੱਟਾ ਨਾ ਮਾਰਿਆ ਕਰੋ ਵੀ ਡਾਇਗਰਾਮ ਬਣਾਤਾ ਤੇ ਇੱਕ ਟ੍ਰਾਇੰਗਲ ਬਣਾਤਾ ਇੱਕ ਪਰਪੈਂਡੀਕੁਲਰ ਬਣਾਤਾ ਜੀ, ਆ ਥੀਟੇ ਦੋ ਲਾਤੇ, ਰੱਟਾ ਨਾ ਮਾਰਿਆ ਕਰੋ, ਗਲਤ ਹੋ ਜਾਊਗਾ। ਕਹਾਣੀ ਚੱਲ ਰਹੀ ਆ, ਇੱਥੋਂ ਸਟਾਰਟ ਹੋਈ ਸੀ, ਇਹਦੇ ਕਰਕੇ ਮੈਂ ਇਹਨੂੰ ਥੀਟਾ ਲਿਖਿਆ, ਆਹ ਲੈਂਥ ਹੋ ਗਈ 2a, ਇਹ ਸਾਨੂੰ ਪਤਾ ਵੀ ਡਾਈਪੋਲ ਦੀ ਲੈਂਥ ਹੁੰਦੀ ਆ। ਮੈਨੂੰ ਦੱਸੋ ਵੀ ਐਂਗਲ ਵਾਲੇ ਪਾਸੇ ਕੰਪੋਨੈਂਟ cos ਥੀਟਾ ਹੁੰਦਾ ਕਿ ਨਹੀਂ ਹੁੰਦਾ, एंगल वाले पासे 2a ਦਾ इधर कंपोनेंट 2a cos थीटा और सामने वाले पासे कंपोनेंट 2a sin थीटा। दिस इज द परपेंडिकुलर डिस्टेंस। जिन्हों समझ नहीं आया वो पूछ लो, हुणे पूछ लो बेटा माइक ऑन करके, जिन्हों समझ नहीं आया वो माइक ऑन करके जस्ट हुणे पूछ लो। जी बेटा दोबारा सुनो, टॉर्क इज इक्वल टू आइदर फोर्स इनटू परपेंडिकुलर डिस्टेंस बिटवीन टू फोर्सेस। ਤਾਂ ਟਾਰਕ ਦੀ ਵੈਲਿਊ ਆਈ ਬੇਟਾ, ਦੇਖੋ ਫੋਰਸ ਦੀ ਵੈਲਿਊ ਮੇਰੀ ਕੋਈ ਵੀ ਫੋਰਸ, ਭਾਵੇਂ ਆ ਫੋਰਸ ਆ ਤੇ ਭਾਵੇਂ ਆ ਫੋਰਸ ਆ, ਇਹਨਾਂ ਦੋਨਾਂ ਚੋਂ ਮੈਂ ਇੱਕ ਫੋਰਸ ਲਿਖਤਾ ਇੱਥੇ Q into E ਇਨਟੂ ਪਰਪੈਂਡੀਕੁਲਰ ਡਿਸਟੈਂਸ ਸਾਡੀ ਆਹ ਵਾਲੀ ਆਈ 2a sin ਥੀਟਾ, 2a ਟੋਟਲ ਲੈਂਥ, ਆ ਐਂਗਲ ਥੀਟਾ ਤੇ 2a ਦਾ ਇਧਰ ਨੂੰ ਕੰਪੋਨੈਂਟ cos ਥੀਟਾ, ਸਾਹਮਣੇ ਵਾਲੇ ਪਾਸੇ sin ਥੀਟਾ, ਤਾਂ QE into 2a sin ਥੀਟਾ। ਓਕੇ, Q into 2a this is equal to P which is called as dipole moment। ਉਹ ਡਾਈਪੋਲ ਮੋਮੈਂਟ ਆ, ठीक है, Q into 2a डाइपोल मोमेंट, तो डाइपोल मोमेंट हो गया P और नाल लग गया E sin थीटा। ओके, ये साडी टॉर्क दी वैल्यू आ गई बेटा।
बट क्योंकि टॉर्क एक वैक्टर क्वांटिटी आ तो मैं जे वैक्टर फॉर्म च लिखना चाहवा तो बेटा ध्यान रखियो टॉ वैक्टर और एक रिजल्ट वैक्टर ता हुंदा जे सामने क्रॉस प्रोडक्ट होवे। जे इत्थे डॉट प्रोडक्ट हो गया तो इधर स्केलर क्वांटिटी आ जाऊगी विच इज नेवर पॉसिबल। और दूजी गल इत्थे साइन थीटा लग्या जिहड़ा कि क्रॉस प्रोडक्ट च लगदा, इट मींस इट मस्ट बी इक्वल टू क्रॉस प्रोडक्ट। टॉर्क जिहड़ा क्रॉस प्रोडक्ट दे इक्वल आ किहदा P दा ते E दा क्रॉस प्रोडक्ट आ P वैक्टर क्रॉस E वैक्टर। ये गल नोट कर लियो। ओके सो ये साडा हैगा टॉर्क ऑन अ डाइपोल, डाइपोल ते लगन वाला टॉर्क। अगली गल सुनो जिहड़ी छोटी जी है, जे मैं इहनू वैक्टर फॉर्म तां बना ली, जे मैं दी डायरेक्शन देखनी होवे तां डायरेक्शन किधर नूं आ टॉर्क दी P वैक्टर ते E वैक्टर दे परपेंडिकुलर। बिकॉज तुहानू ये गल +1 च पढ़ा चुक्या जे आ A वैक्टर ते आ B वैक्टर, A ते B राइट हैंड रूल बोलदा A क्रॉस B दी डायरेक्शन इधर नूं हुंदी आ उपर वाल, A क्रॉस B दी डायरेक्शन उपर वाल नूं हुंदी है कि नहीं हुंदी? A क्रॉस B दी डायरेक्शन उपर वाल नूं हुंदी है तां साडे कोल इत्थे P क्रॉस E दी डायरेक्शन किधर नूं P क्रॉस E दे परपेंडिकुलर। चेक करिए माड़ा जिहा, लिख तां सकदे आ, लिख दिओ here the direction of tau vector is, लिखो इत्थे लिखो जल्दी से, here the direction of tau vector is perpendicular to, direction of tau vector is perpendicular to P vector as well as E vector. Direction of tau vector is perpendicular to P vector as well as E vector. P ते E दोनों दे perpendicular, P vector as well as E vector, P vector दे भी perpendicular ते E vector दे भी perpendicular आ। अच्छा डायरेक्शन जे मैं इत्थे बनाउणी प्रेजेंट केस दे विच तां किदां दी डायरेक्शन बनूगी देखियो, मेरे को P वैक्टर की डायरेक्शन हुंदी है, हाँ भाई क्वेश्चन, P वैक्टर डाइपोल मोमेंट की डायरेक्शन पॉजिटिव तो नेगेटिव या नेगेटिव तो पॉजिटिव, जल्दी दसो मनवीर कौर। मनवीर बेटा डाइपोल मोमेंट की डायरेक्शन पॉजिटिव तो नेगेटिव या नेगेटिव तो पॉजिटिव? पॉजिटिव टू नेगेटिव। ना जमा गलत चेक कर, जमा गलत। इलैक्ट्रिक फील्ड पॉजिटिव टू नेगेटिव हुंदा, डाइपोल मोमेंट किधरों किधर नूं हुंदा? नेगेटिव टू पॉजिटिव सर। हाँ नेगेटिव टू पॉजिटिव। बेटा कंसेप्ट क्लीयर करया करो, सीधे ना जवाब दिया करो। आ साडे कोले हो गया P वैक्टर इधर वाल, आ हो गया E वैक्टर, तां P क्रॉस E करूंगा तो अंगूठा अंदर नूं जाऊगा, अंदर वाल नूं। मैं डायग्राम इत्थे बना भी दिना, इधर वाल नूं हो गया P वैक्टर, आ हो गया साडा E वैक्टर इलैक्ट्रिक फील्ड, विचाले एंगल बनया थीटा, विचकार एंगल बनया थीटा, आही चीज आ। P वैक्टर नेगेटिव टू पॉजिटिव उपर वाल नूं ते E वैक्टर इधर वाल नूं बना दो, इत्थे बना दो, जिथे मर्जी बनाओ, सारी E वैक्टर। तां जे मैं P क्रॉस E करा, राइट हैंड रूल लाउण लग्या मैं, P तो E वाल नूं अंगूठा घुमाया ते अंगूठा गया अंदर नूं, विच इज परपेंडिकुलर इनवर्ड। तां मैं इत्थे डायग्राम दे विच इदां परपेंडिकुलर इनवर्ड बनाता एरो लगा के, ठीक है, 90 डिग्री एंगल बन गया साडा। इत्थे लिख दो टॉ वैक्टर ते नाल लिख दो परपेंडिकुलर इनवर्ड्स, टॉ वैक्टर परपेंडिकुलर इनवर्ड्स अंदर वाल नूं। जिन्हों बेटा टॉर्क नहीं समझ आया वो पूछ सकता। टॉर्क ऑन अ डाइपोल, एक डाइपोल ते टॉर्क इन्ना लगता, बहुत आसान डेरिवेशन, सौखा डेरिवेशन, ईजी डेरिवेशन, कोई दिक्कत नहीं। एक टॉपिक इहदे विच मेरे तो मिस हो गया सी, वो टॉपिक मैं तुहानूं करवा देना, प्रिंसीपल ऑफ सुपरपोजिशन। इलैक्ट्रिक फील्ड ते फोर्स दोनों वास्ते इकट्ठा ही करवा देना एक ही थां ते, प्रिंसीपल ऑफ सुपरपोजिशन। बाकी मेरा जिहड़ा चैप्टर हैगा वो कंप्लीट आ, अगे मैं गॉस थ्योरम शुरू करूंगा अगले लेक्चर च, ठीक है, आ जाओ। कंसंट्रेट रहो। बेटा बहुत अच्छा डेरिवेशन सी, छोटा है डेरिवेशन सी, ठीक है। टॉपिक लिखो नवा, लिखो प्रिंसीपल ऑफ सुपरपोजिशन। वैसे ये टॉपिक पहला भी हो जाता तो कोई वड्डी गल नहीं सी, ठीक है, उस दिन स्किप कर गया, चलो कोई गल नहीं, अज करवा देना। वैसे पहला करवाना चाहिए सी। प्रिंसीपल ऑफ सुपरपोजिशन, सुपरपोजिशन प्रिंसीपल की बोलता, बड़ा कंसंट्रेट होकर सुन लियो, सौखा बहुत।
ਇਹਦੇ ਵਿੱਚ ਕੀ ਹੁੰਦਾ ਬੇਟਾ ਕਿ ਮੇਰੇ ਕੋਲੇ ਕੋਈ ਬੜੇ ਸਾਰੇ ਵੈਕਟਰ ਕੁਆਂਟੀਟੀਜ਼ ਆ। ਕਿਹੜੀਆਂ ਕੁਆਂਟੀਟੀਜ਼ ਆ ਮੇਰੇ ਕੋਲੇ? ਵੈਕਟਰ, ਬੜੀਆਂ ਸਾਰੀਆਂ ਵੈਕਟਰ ਕੁਆਂਟੀਟੀਜ਼ ਆ। ਉਹ ਜਿਹੜੀਆਂ ਵੈਕਟਰ ਕੁਆਂਟੀਟੀਜ਼ ਆ ਮੇਰੇ ਕੋਲੇ ਬੇਟਾ, ਉਹਨਾਂ ਵੈਕਟਰ ਕੁਆਂਟੀਟੀਜ਼ ਦਾ ਮੈਂ ਸਮ ਕਰਨਾ, ਮੈਂ ਰਿਜ਼ਲਟੈਂਟ ਫਾਈਂਡ ਕਰਨਾ। ਤਾਂ ਮੈਂ ਕੀ ਕਰੂੰਗਾ ਬੇਟਾ, ਕਿਹੜਾ ਸਮ ਕਰੂੰਗਾ ਉਹਨਾਂ ਦਾ? ਬੋਲੋ ਜਲਦੀ ਸੀ। ਵੈਕਟਰ ਕੁਆਂਟੀਟੀ ਦਾ ਕਿਹੜਾ ਸਮ ਹੁੰਦਾ? ਵੈਕਟਰ ਸਮ ਹੁੰਦਾ ਕਿ ਸਕੇਲਰ ਸਮ ਹੁੰਦਾ? ਜਲਦੀ ਬੋਲੋ। ਇਹ ਕੋਈ ਸਵਾਲ ਥੋੜੀ ਹੈ ਜਿਹੜਾ ਮੈਂ ਕਰਿਆ ਤੁਹਾਨੂੰ, ਜਿਹੜਾ ਮੈਂ ਤੁਹਾਨੂੰ ਕਰਿਆ ਸਵਾਲ ਹੈ ਕੋਈ? ਤੁਸੀਂ ਉਹੀ ਬਸ, ਉਹ ਵੈਕਟਰ ਕੁਆਂਟੀਟੀ ਦਾ ਕਿਹੜਾ ਸਮ ਹੁੰਦਾ? ਸਮ ਹੁੰਦਾ। ਵੈਕਟਰ ਸਮ ਹੁੰਦਾ। ਸਕੇਲਰ ਦਾ ਕਿਹੜਾ ਸਮ ਹੁੰਦਾ? ਸਕੇਲਰ ਚ ਸਰ Algebraic sum. ਯੈਸ ਅਲਜੈਬਰਿਕ। ਐਲਜੈਬਰਿਕ ਸਮ, ਐਲਜੈਬਰਿਕ ਸਮ ਜਾਂ ਇਹਦੇ ਸਕੇਲਰ ਸਮ ਕਹਿ ਦੋ। ਯੈਸ ਵੈਕਟਰ ਸਮ ਚ ਡਾਇਰੈਕਸ਼ਨ ਧਿਆਨ ਰੱਖਣੀ ਆ। ਯੈਸ ਓਕੇ, ਹੁਣ ਮੈਂ ਕੀ ਕਰਨਾ, ਮੈਂ ਮੰਨ ਲਓ ਵੀ ਇੱਕ ਮੇਰੇ ਕੋਲੇ ਪੁਆਇੰਟ ਆ, ਉਸ ਪੁਆਇੰਟ ਤੇ ਰਿਜ਼ਲਟੈਂਟ ਫੋਰਸ ਜਾਂ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ, ਤਾਂ ਮੈਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਲਾਉਂਗਾ। ਸੁਪਰਪੋਜੀਸ਼ਨ ਪ੍ਰਿੰਸੀਪਲ ਮੈਨੂੰ ਕੀ ਬੋਲਦਾ ਵੀ ਰਿਜ਼ਲਟੈਂਟ ਫਾਈਂਡ ਕਰੋ। ਮੈਂ ਸਾਰਿਆਂ ਦਾ ਰਿਜ਼ਲਟੈਂਟ ਫਾਈਂਡ ਕਰ ਦੂੰਗਾ। ਕਿੱਦਾਂ ਫਾਈਂਡ ਕਰੂੰ? ਸਾਰਿਆਂ ਦਾ ਵੈਕਟਰ ਸਮ ਕਰਕੇ। ਜਿੰਨੇ ਵੈਕਟਰ ਦਿੱਤੇ ਇੱਕ ਪੁਆਇੰਟ ਤੇ ਲੱਗੇ ਉਹਨਾਂ ਸਾਰਿਆਂ ਦਾ ਵੈਕਟਰ ਸਮ ਕਰ ਦੂੰ। ਤਾਂ ਪਹਿਲਾਂ ਤਾਂ ਮੈਂ ਫੋਰਸ ਵਾਸਤੇ ਲਗਾਉਂਗਾ, ਠੀਕ ਆ? ਲਿਖ ਦਿਓ ਇਹਦਾ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ, ਲਿਖਿਓ ਦ ਰਿਜ਼ਲਟੈਂਟ vector, the resultant vector force oblique electric field on at a given point, at a given point। एक काम करो, सौखा काम करो, एक बार आसान करो थोड़ा जिहा। मैं फोर्स वास्ते तो डेफिनेशन, क्योंकि देखो एडा तो है नहींगा भी ਇਹਦੀ डेफिनेशन कोई ਤੁਹਾਨੂੰ पेपर पूछू व्हाट इज प्रिंसिपल ऑफ सुपरपोजिशन, ठीक है जी? एप्लीकेशन ज्यादा ਹੁੰਦੀ ਆ, ठीक है? तो मैं पहला तो सिंपली फोर्स वास्ते डेफिनेशन लिख देना, इलैक्ट्रिक फील्ड वास्ते सेम समझा दूंगा। ओके, लिखियो पहला फोर्स वास्ते चलते हैं ਆਪਾਂ, इलैक्ट्रोस्टैटिक फोर्स वास्ते। द रिजल्टेंट electrostatic, the resultant electrostatic force acting, the resultant electrostatic force acting on a given point charge due to a system of charges, due to a system of n charges ਦੇ ਸਿਸਟਮ ਦਾ ਕਰਕੇ ਕਿਸੇ ਇੱਕ ਦਿੱਤੇ ਹੋਏ ਪੁਆਇੰਟ ਤੇ ਮੈਂ ਇਲੈਕਟ੍ਰੋਸਟੈਟਿਕ ਫੋਰਸ ਜੇ ਪਤਾ ਕਰਨਾ ਹੋਵੇ ਤਾਂ ਕਿੱਦਾਂ ਪਤਾ ਕਰੂੰਗਾ? ਇਲੈਕਟ੍ਰੋਸਟੈਟਿਕ ਫੋਰਸ ਐਕਟਿੰਗ ਔਨ ਅ ਗਿਵਨ ਪੁਆਇੰਟ ਚਾਰਜ ਡਿਊ ਟੂ ਅ ਸਿਸਟਮ ਆਫ n ਚਾਰजेस is equal to vector sum of all the individual forces, vector sum of all the individual forces, individual forces ਦੇ vector sum ਦੇ equal ਹੁੰਦਾ, ਠੀਕ ਹੈ? ਕਿੱਦਾਂ ਦੇਖਿਓ ਧਿਆਨ ਦੇ ਨਾਲ, ਮੇਰੇ ਕੋਲੇ ਆ Q1 मतलब n ਚਾਰजेस ਦਾ ਸਿਸਟਮ ਹੈ, ਇੱਕ ਪਿਆ ਇੱਥੇ, ਇੱਕ ਪਿਆ ਇੱਥੇ, ਇੱਕ ਇੱਥੇ ਲਾ ਦਿਓ, ਦੂਰ ਦੂਰ ਜੇ ਬਣਾਇਓ, ਬਾਲੇ ਨੇੜੇ ਨਾ ਕਰਿਓ, ਠੀਕ ਹੈ? ਆ ਇੱਥੇ ਰੱਖਤਾ ਮੈਂ, ਆ ਹੋ ਗਿਆ Q1, ਆ ਹੋ ਗਿਆ Q2, ਆ ਹੋ ਗਿਆ Q3, ਆ ਹੋ ਗਿਆ Q4 ਤੇ ਆ ਡੈਸ਼ ਡੈਸ਼ ਕਰਕੇ ਤਾਂ ਹੋ ਗਿਆ Qn, n ਪੁਆਇੰਟ ਚਾਰजेस। ਇਹਨਾਂ ਦਾ ਕਰਕੇ ਮੈਂ ਇੱਕ ਪੁਆਇੰਟ ਆ ਵਾਲਾ ਹੈ, ਮੈਂ ਇਸ ਪੁਆਇੰਟ ਤੇ ਨੈਟ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ। ਤਾਂ ਮੈਂ ਸੌਰੀ ਪਹਿਲਾਂ ਨੈਟ ਫੋਰਸ ਫਾਈਂਡ ਕਰਦੇ ਹਾਂ, ਇਲੈਕਟ੍ਰਿਕ ਫੀਲਡ ਫਿਰ ਅਗਲੇ ਕੰਸੈਪਟ ਚ ਪਾ ਦੂੰਗਾ। ਤਾਂ ਬੇਟਾ Q2 ਨੇ Q1 ਤੇ ਫੋਰਸ ਲਗਾਇਆ, ਧੱਕਾ ਮਾਰਿਆ, ਮੰਨ ਲਓ ਸਾਰੇ ਲਾਈਕ ਆ, ਤਾਂ ਫੋਰਸ ਲੱਗਿਆ ਪਹਿਲਾ, ਇਹਨੂੰ ਲਿਖਿਆ F2 on 1, F21 ਵੈਕਟਰ। Q3 ਨੇ ਵੀ ਫੋਰਸ ਲਗਾਇਆ, ਇਹ ਫੋਰਸ ਲੱਗਿਆ F31 ਵੈਕਟਰ। Q4 ਨੇ ਵੀ ਫੋਰਸ ਲਗਾਇਆ, ਇਹ ਲੱਗਿਆ F41 ਵੈਕਟਰ। ਇਸੇ ਤਰੀਕੇ ਨਾਲ Qn ਨੇ ਵੀ ਫੋਰਸ ਲਗਾਇਆ, ਇਹ ਲੱਗਿਆ Fn1 ਵੈਕਟਰ।
ਓਕੇ ਜਿੰਨੇ ਫੋਰਸਿਸ ਲੱਗੇ ਆ ਜੇ ਇਹਨਾਂ ਸਾਰਿਆਂ ਦਾ ਮੈਂ ਵੈਕਟਰ ਸਮ ਕਰਦਾ ਤਾਂ ਮੈਨੂੰ Q1 ਤੇ ਨੈਟ ਫੋਰਸ ਮਿਲ ਜੂ ਕਿ ਨਹੀਂ ਮਿਲ ਜੂ ਮੈਨੂੰ ਇਹ ਦੱਸੋ ਇੰਨੀ ਗੱਲ ਹੀ ਆ ਯਾਨੀ ਕਿ ਕਹਿਣ ਦਾ ਮੀਨਿੰਗ ਇਹ ਵੀ ਜੇ ਮੈਂ ਟੋਟਲ ਨੈਟ ਫੋਰਸ ਔਨ F1 ਫਾਈਂਡ ਕਰਨਾ ਹੋਵੇ ਨੈਟ ਫੋਰਸ ਔਨ Q1 ਚਾਰਜ ਤੇ ਨੈਟ ਫੋਰਸ ਜੇ ਮੈਂ ਫਾਈਂਡ ਕਰਨਾ ਹੋਵੇ ਯਾਨੀ ਕਿ F1 ਵੈਕਟਰ ਤਾਂ ਕਿੰਨਾ ਆਇਆ ਇਹਨਾਂ ਸਾਰਿਆਂ ਦਾ ਵੈਕਟਰ ਸਮ ਕਰ ਦੋ F21 ਵੈਕਟਰ ਪਲੱਸ F31 ਵੈਕਟਰ ਪਲੱਸ F41 ਵੈਕਟਰ ਪਲੱਸ ਡੈਸ਼ ਡੈਸ਼ ਕਰਕੇ ਤੇ ਪਲੱਸ Fn1 ਵੈਕਟਰ ਇਹ ਫੋਰਸਸ ਤੁਹਾਨੂੰ ਉਹੀ ਕੂਲਮ ਦੇ ਲਾਅ ਤੋਂ ਮਿਲਣਗੇ ਹੋਰ ਕਿਤੋਂ ਨਹੀਂ ਮਿਲਣੇ ਕੂਲਮ ਦਾ ਲਾਅ ਲਗਾਓ ਔਰ ਆਨਸਰ ਦੇ ਦਿਓ ਗੱਲ ਕਲੀਅਰ ਹੋ ਰਹੀ ਕਿ ਨਹੀਂ ਹੋ ਰਹੀ ਇਹ ਬੇਟਾ ਨੈਟ ਫੋਰਸ ਦੀ ਵੈਲਿਊ ਠੀਕ ਹੈ ਦੇਖੋ ਇਹ ਕਨਸੈਪਟ ਹੈ ਇੱਕ ਸਮਝ ਆ ਰਹੀ ਗੱਲ 3 ਪੁਆਇੰਟ ਚਾਰजेस ਦੇ ਸਿਸਟਮ ਦਾ ਨੈਟ ਫਾਈਂਡ ਕਰਨਾ ਬੜੀ ਆਸਾਨੀ ਨਾਲ ਮਿਲ ਜੂ 4 ਪੁਆਇੰਟ ਚਾਰजेस ਹੋਣ ਉਹਦਾ ਨੈਟ ਫਾਈਂਡ ਕਰਨਾ ਬੜੀ ਆਸਾਨੀ ਨਾਲ ਮਿਲ ਜੂ ਠੀਕ ਹੈ 5 ਹੋਣ ਉਹਦਾ ਨੈਟ ਫਾਈਂਡ ਕਰਨਾ ਬੜੀ ਆਸਾਨੀ ਨਾਲ ਮਿਲ ਜੂ ਮੈਂ ਇੱਕ ਛੋਟਾ ਜਿਹਾ ਕੁਐਸਚਨ ਇੱਥੇ ਕਰਵਾ ਵੀ ਸਕਦਾ ਤੁਹਾਨੂੰ ਠੀਕ ਹੈ ਵੀ ਮੰਨ ਲਓ ਵੀ ਆਪਾਂ ਨੂੰ ਕੋਈ ਸਿਸਟਮ ਦੇਤਾ ਇੱਕ 3 ਪੁਆਇੰਟ ਚਾਰजेस ਦਾ ਔਰ ਇੱਕ ਪਾਰਟਿਕੂਲਰ ਪੁਆਇੰਟ ਚਾਰਜ ਤੇ ਫੋਰਸ ਪੁੱਛ ਲਿਆ ਤੁਸੀਂ ਕਿੱਦਾਂ ਫਾਈਂਡ ਕਰੋਗੇ ਮੈਂ ਕਰਵਾ ਹੀ ਦਿੰਦਾ ਉਸ ਤੋਂ ਬਾਅਦ ਸੇਮ ਆਪਾਂ ਇਲੈਕਟ੍ਰਿਕ ਫੀਲਡ ਵਾਸਤੇ ਅਪਲਾਈ ਕਰ ਦਾਂਗੇ ਠੀਕ ਆ ਇਸੇ ਤਰੀਕੇ ਦੇ ਨਾਲ ਜੇ ਇਲੈਕਟ੍ਰਿਕ ਫੀਲਡ ਫਾਈਂਡ ਕਰਨਾ ਮੰਨ ਲਓ ਕਿਸੇ ਪਾਰਟਿਕੂਲਰ ਪੁਆਇੰਟ ਤੇ ਤਾਂ ਸੇਮ ਵੇ ਦੇ ਵਿੱਚ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਜਿੰਨੇ ਇਲੈਕਟ੍ਰਿਕ ਫੀਲਡ ਉੱਥੇ ਟੋਟਲ ਲੱਗੇ ਹੋਏ ਆ ਸਾਰਿਆਂ ਦਾ ਵੈਕਟਰ ਸਮ ਕਰ ਠੀਕ ਆ ਵੈਕਟਰ ਸਮ ਚ ਡਾਇਰੈਕਸ਼ਨ ਦਾ ਖਿਆਲ ਰੱਖੀਦਾ ਪੈਰਲੈਲੋਗ੍ਰਾਮ ਲਾਅ ਲਾ ਲਈਦਾ ਟ੍ਰਾਇੰਗਲ ਲਾਅ ਲਾ ਲਈਦਾ ਲਾਅ ਲਾ ਕੇ ਸੋਲੂਸ਼ਨ ਦੇਣੇ ਸਿੱਧਾ ਜੋੜ ਨਹੀਂ ਕਰਨਾ ਬਸ ਇੰਨਾ ਹੀ ਗੱਲ ਆ ਹੋਰ ਕੁਝ ਨਹੀਂ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਇੱਕ ਕੁਐਸਚਨ ਕਰਦੇ ਆ ਅਸੀਂ ਤੁਹਾਨੂੰ ਗੱਲ ਜ਼ਿਆਦਾ ਕਲੀਅਰ ਹੋਊਗੀ ਇੱਕ ਕੁਐਸਚਨ ਕਰਦੇ ਆ ਆ ਜਾਓ ਵੈਸੇ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਜਿਹੜੇ ਤੁਸੀਂ ਪਰਚੇਜ਼ ਕੀਤੇ ਆ ਉਹਦੇ ਵਿੱਚ ਵੀ ਪਿਆ ਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਵੀਡੀਓ ਦੇਖੋ ਧਿਆਨ ਦੇ ਨਾਲ ਮੇਰੇ ਕੋਲ ਇੱਕ ਟ੍ਰਾਇੰਗਲ ਆ ਮੇਰੀ ਮਰਜ਼ੀ ਦਾ ਸਵਾਲ ਆ ਬਈ ਮੈਨੂੰ ਨਹੀਂ ਪਤਾ ਕਿਸੇ ਬੁੱਕ 'ਚ ਹੈਗਾ ਕਿ ਨਹੀਂ ਹੈਗਾ ਮੈਂ ਕੁਐਸਚਨ ਲਿਖਤਾ ਮੇਰੇ ਕੋਲ ਇੱਕ ਇਕੁਈਲੇਟਰਲ ਟ੍ਰਾਇੰਗਲ ਆ ਈਜ਼ੀ ਜਿਹਾ ਲੱਗਦਾ ਇਕੁਈਲੇਟਰਲ ਟ੍ਰਾਇੰਗਲ ਆ ਸਾਰੀਆਂ ਸਾਈਡਾਂ 1 ਮੀਟਰ ਆ ਵੀ 1 ਮੀਟਰ ਆ ਵੀ 1 ਮੀਟਰ 3 ਚਾਰजेस ਪਏ ਵਰਟਿਸਿਸ ਤੇ ਆ ਚਾਰਜ ਹੈਗਾ Q1 is equal to 3 ਮਾਈਕਰੋਕੂਲਮ ਪਲੱਸ ਦਾ ਆ Q2 is equal to 5 ਮਾਈਕਰੋਕੂਲਮ ਇਹ ਵੀ ਪਲੱਸ ਦਾ ਓਕੇ ਓਕੇ ਤੇ ਆਹ ਵਾਲਾ ਜਿਹੜਾ ਹੈਗਾ ਇਹ ਹੈਗਾ Q3 is equal to ਆ ਪਲੱਸ ਦਾ ਆ ਮਾਈਨਸ ਦਾ ਲਾਓ ਆ -5 ਲਾ ਲਓ ਇਹਨੂੰ -5 ਇਹਨੂੰ ਵੀ ਚੇਂਜ ਕਰੂੰਗਾ ਮੈਂ ਇਹਨੂੰ ਲਾ ਲਓ ਪਲੱਸ ਦਾ 5 ਸਵਾਲ ਇੱਕ ਸਪੈਸ਼ਲ ਜਿਹਾ ਬਣਾਉਣੇ ਆ Q1 is equal to +5 ਮਾਈਕਰੋਕੂਲਮ Q2 is equal to -5 ਔਰ Q3 is equal to +10 ਮਾਈਕਰੋਕੂਲਮ ਲੈ ਵੀ 3 ਫੋਰਸ ਦੇਤੇ ਤੁਹਾਨੂੰ 3 ਚਾਰਜ ਦੇਤੇ ਕਹਿੰਦਾ find out net force on charge Q3 ਤੇ net force ਪਤਾ ਕਰੋ ਕਿੰਨਾ ਲੱਗਿਆ Q3 ਆ ਚਾਰਜ ਹੈ ਇਹਦੇ ਤੇ net force ਪਤਾ ਕਰੋ ਉੱਪਰ ਵਾਲੇ ਤੇ ਇਹ ਸਾਡਾ ਸਵਾਲ ਆ ਬੜਾ ਈਜ਼ੀ ਕੁਐਸਚਨ ਆ ਧਿਆਨ ਨਾਲ ਦੇਖ ਲਿਓ ਬੜਾ ਹੀ ਆਸਾਨ ਕੁਐਸਚਨ ਆ ਦੇਖੋ ਮੈਂ ਕਿੱਦਾਂ ਕਰੂੰਗਾ ਇਹਨੂੰ ਮੈਂ ਡਾਇਗਰਾਮ ਦੁਬਾਰਾ ਬਣਾ ਲਿਆ ਕਿਉਂਕਿ ਅਦਰਵਾਈਜ਼ ਤੁਸੀਂ ਪਜ਼ਲ ਹੋਵੋਗੇ ਠੀਕ ਆ ਮੇਰੇ ਕੋਲ ਥਾਂ ਘੱਟ ਸੀ ਉੱਥੇ ਮੇਰੇ ਕੋਲ ਆ ਹੈਗਾ Q1 ਆ ਹੈਗਾ Q2 ਔਰ ਆ ਹੈਗਾ Q3 ਦੇਖੋ ਪਹਿਲੀ ਗੱਲ ਤੇ ਇਹ ਵੀ ਇਹ ਸੀਗਾ ਪਲੱਸ ਦਾ 10 ਆ ਹੈਗਾ ਆ ਮਾਈਨਸ ਪਲੱਸ ਦਾ 5 ਆ ਹੈਗਾ ਮਾਈਨਸ ਦਾ 5 ਸਾਰੇ ਮਾਈਕਰੋਕੂਲਮ ਚ ਓਕੇ ਸਮਝ ਆ ਰਿਹਾ ਸਾਰਿਆਂ ਨੂੰ ਇੱਕ ਮਿੰਟ ਮਾੜਾ ਜਿਹਾ ਹੋਲਡ ਕਰਿਓ ਕੰਸੈਂਟਰੇਟ ਥੋੜੀ ਜਿਹੀ ਆਈਸਕ੍ਰੀਮ ਆ ਗਈ ਸੀ ਬਈ ਨੈਟ ਫੋਰਸ ਪਤਾ ਕਰਨਾ ਧਿਆਨ ਨਾਲ ਸੁਣ ਲਿਓ ਆ +5 ਆ -5 ਮੈਨੂੰ ਦੱਸੋ ਵੀ +5 ਨੇ +10 ਨੂੰ ਅਟਰੈਕਟ ਕੀਤਾ ਜਾਂ ਰਿਪੈਲ ਕੀਤਾ ਜਲਦੀ ਬੋਲੋ ਇਹਨਾਂ ਦੋਨਾਂ ਦਾ ਅਟਰੈਕਸ਼ਨ ਹੋਇਆ ਕਿ ਰਿਪਲਸ਼ਨ ਹੋਇਆ ਜਲਦੀ ਬੋਲੋ
ਲੈ रिपल्शन ही ਉਹ ਤੁਹਾਨੂੰ ਇੰਨਾ ਆ ਪੋਜ਼ਿਟਿਵ ਆ ਵੀ ਪੋਜ਼ਿਟਿਵ ਅਟਰੈਕਸ਼ਨ ਹੋਇਆ ਕਿ ਰਿਪਲਸ਼ਨ ਹੋਇਆ रिपल्शन ही ਬੜੀ ਸਿੰਪਲ ਜੀ ਗੱਲ ਆ ਰਿਪਲਸ਼ਨ ਹੋਇਆ ਫੋਰਸ ਲੱਗਿਆ ਇੱਧਰ ਵੱਲ ਨੂੰ ਇਸ ਫੋਰਸ ਦਾ ਨਾਮ ਰੱਖਤਾ ਮੈਂ F1 ਵੈਕਟਰ ਲਓ ਜੀ ਦੂਜੀ ਗੱਲ ਮੈਨੂੰ ਦੱਸੋ ਕਿ -5 ਤੇ +10 ਅਟਰੈਕਸ਼ਨ ਹੋਇਆ ਕਿ ਰਿਪਲਸ਼ਨ ਹੋਇਆ Sir, attraction. ਅਟਰੈਕਸ਼ਨ ਫੋਰਸ ਹੋ ਗਿਆ F2 ਵੈਕਟਰ ਦੋਨੋਂ ਫੋਰਸਸ ਦੀ ਵੈਲਿਊ ਫਾਈਂਡ ਕਰੋ ਪਹਿਲਾ ਫੋਰਸ F1 ਇਹਨਾਂ ਦੋਨਾਂ ਦੇ ਵਿਚਕਾਰ F1 is equal to K ਹੁੰਦਾ 1/4 ਪਾਈ ਐਪਸਾਈਲਨ ਨੋਟ ਲਿਖ ਲਓ ਚਲੋ Q1 ਦੀ ਵੈਲਿਊ +5 ਮਾਈਕਰੋ ਦਾ 10 ਦੀ ਪਾਵਰ -6 ਮਾਈਕਰੋ ਕੂਲਮ ਦਾ 10 ਦੀ ਪਾਵਰ -6 ਲੱਗਣਾ ਗਲਤ ਨਾ ਕਰ ਦਿਓ ਸਵਾਲ ਨੂੰ Q2 plus ਦਾ 10 ਮਾਈਕਰੋ ਦਾ 10 ਦੀ ਪਾਵਰ -6 ਲਿਖਣਾ ਹੀ ਪੋਜ਼ਿਟਿਵ ਆ ਮਾਈਨਸ ਹੋਏ ਪਲੱਸ ਹੋਵੇ ਆਪਾਂ ਤਾਂ ਪੋਜ਼ਿਟਿਵ ਹੀ ਲਿਖਣਾ ਸਾਈਨ ਲਾਉਂਦੇ ਹੀ ਨਹੀਂ ਆਪਾਂ ਭਲੇਖਾ ਪਊਗਾ ਡਿਵਾਈਡ ਬਾय ਡਿਸਟੈਂਸ ਦਾ ਸਕੁਅਰ ਡਿਸਟੈਂਸ ਆਪਾਂ 1 ਮੀਟਰ ਮੰਨੀ ਆ ਤਾਂ 1 ਦਾ ਸਕੁਅਰ ਲਗਾਤਾ ਇਹ ਨਿਊਟਨ ਚ ਇੱਕ ਫੋਰਸ ਆ ਗਿਆ ਇਹ ਨਿਊਟਨ ਚ ਇੱਕ ਫੋਰਸ ਆ ਗਿਆ ਦੂਜਾ ਫੋਰਸ F2 ਆ ਧਿਆਨ ਨਾਲ ਦੇਖੋਗੇ ਤਾਂ ਆ ਵੀ 5 ਆ ਤਾਂ ਆ ਵੀ 10 ਆ ਡਿਸਟੈਂਸ ਵੀ ਸੇਮ ਆ ਤਾਂ ਮੈਨੂੰ ਦੱਸੋ ਸੇਮ ਆਨਸਰ ਆਊਗਾ ਕਿ ਨਹੀਂ ਆਊਗਾ 5 × 10 ਦੀ ਪਾਵਰ -6 ਤੁਸੀਂ ਕਹੋਗੇ ਜੀ ਨਹੀਂ ਆ ਚਾਰਜ ਮਾਈਨਸ ਦਾ ਇੱਥੇ ਮਾਈਨਸ ਲਾਓ ਜਮਾ ਨਹੀਂ ਲਾਉਣਾ ਮਾਈਨਸ ਬਿਕੋਜ਼ ਮੈਂ ਬੇਸਿਕ ਡੈਫੀਨੇਸ਼ਨ 'ਚ ਇਹ ਗੱਲ ਤੁਹਾਨੂੰ ਦੱਸਤੀ ਸੀ ਕਿ ਕੂਲਮ ਫੋਰਸ ਦੇ ਵਿੱਚ ਦੋਨੋਂ ਚਾਰजेस ਦਾ ਮੈਗਨੀਟਿਊਡ ਹੀ ਆਊਗਾ ਠੀਕ ਹੈ whatever be the value whatever be the nature of the charge ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹੋਵੇ ਅਸੀਂ ਪਲੱਸ ਹੀ ਲਿਖਣਾ into 10 into 10 to the power -6 divide by 1 square ਤਾਂ ਬੇਟਾ ਇਹ F1 ਆ ਗਿਆ F2 ਆ ਗਿਆ F1 equal to F2 ਆ ਰਿਹਾ ਉਹ ਮੈਗਨੀਟਿਊਡ ਬਰਾਬਰ ਆ ਗਿਆ ਦੋਨਾਂ ਦਾ ਮਤਲਬ ਦੋਨਾਂ ਦੀ ਥਾਂ ਤੇ ਇੱਕ ਹੀ ਲਿਖ ਦੋ ਓਕੇ ਆ ਜਾਓ ਰਿਜ਼ਲਟੈਂਟ ਫਾਈਂਡ ਕਰਨਾ ਆ ਐਂਗਲ ਬੋਲੋ ਕਿੰਨਾ ਰਿਜ਼ਲਟੈਂਟ ਫਾਈਂਡ ਕਰਨਾ ਐਂਗਲ ਬੋਲੋ ਜਲਦੀ ਬੋਲੋ ਸੌਂਗੇ 120 ਆ 60 ਤੇ ਆ ਵੀ 60 ਰਿਜ਼ਲਟੈਂਟ ਫਾਈਂਡ ਕਰਨਾ ਪੈਰਲੈਲੋਗ੍ਰਾਮ ਲਾਅ ਲਾਉਣਾ ਇੱਥੇ ਆ ਚੱਕੋ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਪੈਰਲੈਲੋਗ੍ਰਾਮ ਲਾਅ ਲੱਗੂਗਾ ਪੈਰਲੈਲੋਗ੍ਰਾਮ ਲਾਅ ਪੜਿਆ ਹੋਇਆ +1 ਦੇ ਵਿੱਚ ਤਾਂ ਮੈਂ ਰਿਜ਼ਲਟੈਂਟ F ਨੈਟ ਫਾਈਂਡ ਕੀਤਾ ਉਹਦੀ ਵੈਲਿਊ ਆਈ √ F1 ਸਕੁਅਰ + F2 ਸਕੁਅਰ + 2 F1 F2 cos 120 डिग्री cos 120 ਨੂੰ ਲਿਖਾਂਗੇ cos 90 + 30 cos 90 + 30 ਠੀਕ ਹੈ cos 120 डिग्री ਹੁੰਦਾ -½ ਇਸ ਗੱਲ ਦਾ ਧਿਆਨ ਰੱਖਿਓ ਇਹਨਾਂ ਦੋਨਾਂ ਨੂੰ F ਹੀ ਲਿਖਦਾ F1 ਹੀ ਲਿਖ ਦੇਣਾ F1 ਸਕੁਅਰ + F1 ਸਕੁਅਰ + 2 F1 ਸਕੁਅਰ ਕਿਉਂਕਿ ਦੋਨੋਂ ਇਕੁਅਲ ਆ ਗਏ ਔਰ cos 120 ਦੀ ਵੈਲਿਊ -½ 2 ਨਾਲ 2 ਕੈਂਸਲ √ F1 ਸਕੁਅਰ 2 F1 ਸਕੁਅਰ F1 ਤੇ F1 2 F1 ਸਕੁਅਰ -F1 ਸਕੁਅਰ 2 ਚੋਂ 1 ਮਾਈਨਸ ਕੀਤਾ 1 ਰਹਿ ਗਿਆ √ F1 ਸਕੁਅਰ ਆਨਸਰ ਆ ਗਿਆ ਇਹਨਾਂ ਦੀ ਵੈਲਿਊ ਪਹਿਲੀ ਹੀ ਨਾ ਪੁੱਟ ਕਰਕੇ ਬਹਿ ਜਾਓ ਕਿਤੇ ਕਿਉਂਕਿ ਤੁਹਾਡਾ ਸਵਾਲ ਸਿੰਪਲ ਹੋ ਰਿਹਾ ਤੁਹਾਡੇ F ਨੈਟ ਦੀ ਵੈਲਿਊ ਕਿੰਨੀ ਆ ਗਈ F1 ਆ ਜਾ ਆਨਸਰ ਦੇ ਦਿਓ ਆਨਸਰ ਹੈ ਤੁਹਾਡਾ ਆ ਵਾਲਾ 1/4 ਪਾਈ ਐਪਸਾਈਲਨ ਨੋਟ ਠੀਕ ਹੈ 50 into 10 to the power ਕਿੰਨੀ ਇਹਨੂੰ ਲਿਖੋ 9 × 10 ਦੀ ਪਾਵਰ 9 into 5 10s are 50 into 10 to the power -12 divided by 1 ਨਿਊਟਨ ਮੈਂ ਲਗਾਤਾ ਸੋਲੂਸ਼ਨ ਤੁਹਾਡਾ 9 5 45 ਲਾ ਦੇਣਾ ਚਲੋ into 10 ਦੀ ਪਾਵਰ ਲਿਖੋ ਕਿੰਨੀ 9 5 45 into 10 ਦੀ ਪਾਵਰ ਕਿੰਨੀ ਆ ਗਈ ਪੁੱਤ -12 + 10 -2 ਨਿਊਟਨ 0.45 ਨਿਊਟਨ ਆਨਸਰ ਆ ਤੁਹਾਡਾ 0.45 ਨਿਊਟਨ ਇੱਥੇ ਫੋਰਸ F ਨੈਟ ਜਿਹੜਾ ਆ ਉਹ ਲੱਗੂਗਾ 0.45 ਨਿਊਟਨ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਪਤਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਨੈਟ ਫੋਰਸ 0.45 ਨਿਊਟਨ ਬੜਾ ਹੀ ਸੌਖਾ ਸਵਾਲ ਆ
ਮਤਲਬ ਮੇਰੇ ਕਹਿਣ ਦਾ ਇਹ ਹੈ ਵੀ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਨੂੰ ਤੁਸੀਂ ਐ ਰੱਟੇ ਨਾ ਮਾਰਿਓ ਵੀ ਇਹ ਜੀ ਪਤਾ ਨਹੀਂ ਕਿੰਨੇ ਕੁ ਵੈਕਟਰ ਹੋਣਗੇ। ਤੁਹਾਡੇ ਲੈਵਲ ਤੇ ਵੱਧ ਤੋਂ ਵੱਧ 2 ਜਾਂ 3 ਵੈਕਟਰ ਦਾ ਸਵਾਲ ਆਉਂਦਾ, ਇਸ ਤੋਂ ਵੱਡਾ ਨਹੀਂ ਆਉਂਦਾ। ਤੁਹਾਨੂੰ 2 ਫੋਰਸਿਸ ਦਾ ਰਿਜ਼ਲਟੈਂਟ ਪੁੱਛ ਲੂਗਾ, ਵੱਧ ਤੋਂ ਵੱਧ 3 ਲਾ ਦੂਗਾ। ਜੇ ਤੀਜਾ ਫੋਰਸ ਹੋਰ ਕਿਤੇ ਆ ਜਾਵੇ ਤਾਂ ਪਹਿਲਾਂ ਦੋਵਾਂ ਦਾ ਆਨਸਰ ਫਾਈਂਡ ਕਰ ਲਓ, ਉਹ ਆਨਸਰ ਨੂੰ ਤੀਜੇ ਨਾਲ ਫਿਰ ਪੈਰਲੈਲੋਗ੍ਰਾਮ ਲਾਓ। ਹਰ ਵਾਰੀ ਪੈਰਲੈਲੋਗ੍ਰਾਮ ਲਾਉਣਾ। ਆਹ ਗੱਲ ਯਾਦ ਰੱਖਿਓ ਵੀ cos 120 ਡਿਗਰੀ ਮਾਈਨਸ ਹਾਫ ਹੁੰਦਾ। ਕਿਉਂ ਹੁੰਦਾ? ਕਿਉਂਕਿ cos 120 ਡਿਗਰੀ is equal to cos 90 plus 30। ਦੂਜੇ ਕੁਆਡਰੈਂਟ ਚ ਗਏ ਤਾਂ cos ਨੈਗੇਟਿਵ, ਇਹ ਆ ਗਿਆ ਮਾਈਨਸ ਦਾ sin 30 ਮਾਈਨਸ ਹਾਫ। ਠੀਕ ਹੈ, ਯਾਦ ਰੱਖਣਾ ਪੈਣਾ ਤੁਹਾਨੂੰ। ਠੀਕ ਹੈ, ਜਿਹੜੇ +1 ਦੇ ਵਿੱਚ ਤੁਹਾਨੂੰ ਕਨਸੈਪਟ ਮੈਥਮੈਟੀਕਲ ਫਿਜ਼ਿਕਸ ਚ ਕਰਵਾਈ ਸੀ ਉਹ ਸਾਰੇ ਦੇ ਸਾਰੇ ਆ। ਟ੍ਰਿਗਨੋਮੈਟਰੀ ਜਿਹੜੀ ਹੈ, ਟ੍ਰਿਗਨੋਮੈਟਰੀ ਪੜ੍ਹਨੀ ਆ ਬੇਟਾ, ਉਹਦੇ ਵਿੱਚ ਕਾਫੀ ਸਾਰੇ ਕਨਸੈਪਟ ਆ ਤੁਹਾਡੇ। ਓਕੇ, ਇਹ ਸਾਡੇ ਕੋਲੇ ਸੀਗਾ ਸੁਪਰਪੋਜੀਸ਼ਨ ਪ੍ਰਿੰਸੀਪਲ। ਹੁਣ ਅਗਲੀ ਗੱਲ ਸੁਣੋ, ਜਿਹੜਾ ਸੁਪਰਪੋਜੀਸ਼ਨ ਪ੍ਰਿੰਸੀਪਲ ਆ ਇਹ ਤਾਂ ਮੈਂ ਲਾਇਆ ਫੋਰਸ ਵਾਸਤੇ। ਇਹਦਾ ਮਤਲਬ ਇਹ ਥੋੜੀ ਵੀ ਫੋਰਸ ਵਾਸਤੇ ਹੀ ਲੱਗਦਾ, ਉਹ ਭਾਈ ਇਹ ਇਲੈਕਟ੍ਰਿਕ ਫੀਲਡ ਵਾਸਤੇ ਵੀ ਲੱਗਦਾ, ਇਹ ਫੋਰਸ ਵਾਸਤੇ ਵੀ ਲੱਗਦਾ, ਇਹ ਇਲੈਕਟ੍ਰਿਕ ਫੀਲਡ ਵਾਸਤੇ ਵੀ ਲੱਗਦਾ। ਅਸੀਂ ਦੋਨੋਂ ਵਾਸਤੇ ਹੀ ਇਹਨੂੰ ਅਪਲਾਈ ਕਰ ਸਕਦੇ ਹਾਂ। ਤੁਸੀਂ ਜਿੱਥੇ ਲਾਉਣਾ ਚਾਹੋ ਉੱਥੇ ਲਾ ਦਿਓ। ਆਹੀ ਸੇਮ ਫੰਡਾ ਇਲੈਕਟ੍ਰਿਕ ਫੀਲਡ ਵਾਸਤੇ ਵੀ। ਇੱਥੇ ਆ ਪੁਆਇੰਟ ਹੈ ਜੀ, ਦੱਸੋ ਇੱਥੇ ਨੈਟ ਇਲੈਕਟ੍ਰਿਕ ਫੀਲਡ ਕਿੰਨਾ? ਆ ਚਾਰਜ +5 ਆ, ਆ ਚਾਰਜ -5 ਆ। ਇੱਥੇ ਨੈਟ ਇਲੈਕਟ੍ਰਿਕ ਫੀਲਡ ਪੁੱਛ ਲਿਆ ਬੰਦੇ ਨੇ, ਇਹਦਾ ਇਲੈਕਟ੍ਰਿਕ ਫੀਲਡ ਜਾਊਗਾ ਪਲੱਸ ਦਾ ਪਰੇ ਵੱਲ ਨੂੰ, ਮਾਈਨਸ ਦਾ ਇਧਰ ਵੱਲ ਨੂੰ, ਤਾਂ ਰਿਜ਼ਲਟੈਂਟ ਫਿਰ ਇੱਥੇ ਹੀ ਆਉਣਾ। ਸਿਰਫ ਆ ਇੱਕ ਚਾਰਜ ਲੱਗਣਾ, 2 ਨਹੀਂ ਲੱਗਣੇ। 10 ਹਟਾ ਦਿਓ, ਤੁਹਾਡਾ ਆਨਸਰ ਆ ਜਾਊ। ਮਤਲਬ ਕਹਿਣ ਦਾ ਇਹ ਵੀ ਡਰਨ ਡੁਰਨ ਦੀ ਲੋੜ ਨਹੀਂ। ਠੀਕ ਆ, ਪੋਜ਼ਿਟਿਵ ਦਾ ਇਲੈਕਟ੍ਰਿਕ ਫੀਲਡ ਦੂਰ ਵੱਲ ਨੂੰ ਜਾਂਦਾ, ਨੈਗੇਟਿਵ ਦਾ ਉਹਦੇ ਵੱਲ ਨੂੰ ਆਉਂਦਾ। 2 ਵੈਕਟਰ ਬਣੇ ਉਹਨਾਂ ਦੇ, ਉਹਦਾ ਨਾਲ ਪੈਰਲੈਲੋਗ੍ਰਾਮ ਲਾ ਕੇ ਤੁਸੀਂ ਬੜੀ ਆਸਾਨੀ ਨਾਲ ਰਿਜ਼ਲਟ ਦੇ ਸਕਦੇ ਆ। ਕੋਈ ਗੱਲ ਨਹੀਂ, ਆਪਾਂ ਕਨਸੈਪਟ ਕਰਾਂਗੇ। ਆਪਾਂ ਇਹ ਚੈਪਟਰ ਪੂਰਾ ਕਰ ਲਿਆ, ਆਪਾਂ ਇੱਕ ਅੱਧਾ ਲੈਕਚਰ ਜਿਹੜਾ ਉਹ ਨੂਮੈਰੀਕਲ ਪ੍ਰੋਬਲਮ ਦਾ ਲਗਾ ਦਾਂਗੇ, ਉਹਦੇ ਵਿੱਚ ਆਪਾਂ ਸਾਰੇ ਮਸਲੇ ਹੱਲ ਕਰ ਲਾਂਗੇ, ਫਿਕਰ ਨਾ ਕਰੋ। ਠੀਕ ਆ ਬੇਟਾ, ਮੈਨੂੰ ਪੂਰੀ ਉਮੀਦ ਆ ਤੁਹਾਨੂੰ ਸਮਝ ਆਇਆ ਕਿ ਨਹੀਂ ਆਇਆ? ਬੋਲੋ ਬਈ।